आदित्य L1 नाम दिता गया सोलर मिशन का। आदित्य नाम कित्थों आया? आदित्य जिहड़ा हैगा वो संस्कृत विच सूर्य दा संस्कृत नेम है सूरज दा। सूर्य दा ते इस वास्ते आदित्य वे ते N1 वो स्लॉट स्पॉट हैगा जिथे इन्हें अपने आप नूं पार्क करना है। इस वक्त 15 लाख किलोमीटर दूर इस अर्थ तो होएगा, पर वो सिर्फ 1% ऑफ द टोटल डिस्टेंस है बिटवीन अर्थ एंड सन। ਅਸੀਂ ਸੁਣਿਆ ਕਿ ਜਿਹੜੀ ਆ ਜਿਹੜਾ ਮਿਸ਼ਨ ਗਿਆ ਸੋਲਰ ਮਿਸ਼ਨ ਇਹਨੇ ਆਲਰੇਡੀ ਪਿਕਚਰਸ ਵੀ ਔਨ ਦਾ ਵੇ ਟੂ ਸਨ ਪਿਕਚਰਸ ਭੇਜਣੀਆਂ ਸ਼ੁਰੂ ਕਰਤੀਆਂ ਅਰਥ ਤੇ। ਬਿਲਕੁਲ ਜੀ ਬਿਲकुल। ਉਹ ਜਿਹੜੇ ਕੈਮਰੇ ਉਹਦੇ ਚ 8 ਮੋਡਿਊਲਸ ਹੈਗੇ। ਠੀਕ ਹੈ। ਉਹਨਾਂ ਨੇ ਅਲੱਗ-ਅਲੱਗ 6 ਨੇ ਤੇ ਇਮੀਡੀਏਟਲੀ ਕੰਮ ਕਰਨਾ ਸ਼ੁਰੂ ਕਰਤਾ ਆਪਣੇ ਆਪਣੀ ਜਗ੍ਹਾ। ਕਾਸਟ ਇਨਵੋਲਵਡ ਕਿੰਨੀ ਰਹੀ ਇਸਰੋ ਦੇ ਆ ਜਿਹੜਾ ਸੋਲਰ ਮਿਸ਼ਨ ਆਦਿਤਿ L1 ਕਿੰਨੀ ਕਾਸਟ ਰਹੀ ਇਹਦੀ? ਜਿਹੜਾ ਸੋਲਰ ਮਿਸ਼ਨ ਨਾਸਾ ਦਾ ਸੀ ਉਹਨੇ $1.5 ਬਿਲੀਅਨ ਦੇ ਕਰੀਬ ਉਹਨਾਂ ਦਾ ਖਰਚ ਹੋਇਆ ਸੀ। ਨਾਸਾ ਦਾ ਇਸਰੋ ਦਾ ਰਿਮਾਰਕੇਬਲੀ $46 ਬਿਲੀਅਨ। ਸੋ 46 ਮਿਲੀਅਨ ਵਰਸਸ 1.5 ਬਿਲੀਅਨ। ਤੁਸੀਂ ਦੇਖੋ ਅਸੀਂ ਟੋਰਾਂਟੋ 'ਚ 3-4 ਮਕਾਨ ਲੈ ਲੈਂਦੇ ਹਾਂ 48 ਮਿਲੀਅਨ 'ਚ, ਤੇ ਉਹਨੇ ਇਸਰੋ ਨੇ ਇੱਕ ਸੋਲਰ ਮਿਸ਼ਨ ਭੇਜਦਾ ਇੰਨੇ ਪੈਸਿਆਂ 'ਚ। ਇਹੀ ਰਿਮਾਰਕੇਬਲ ਲਾਜਵਾਬ ਚੀਜ਼ ਹੈ ਜਿਹੜੀ ਇੰਡੀਅਨ ਇੰਟੈਲੈਕਚੁਅਲ ਨੇ ਕ੍ਰੀਏਟ ਕੀਤੀ ਹੈ। ਹੈਟਸ ਆਫ ਟੂ ਦੈਟ। ਜਿਹੜਾ ਮੈਸੇਜ ਇੰਡੀਆ ਦੇਣਾ ਚਾਹੁੰਦਾ ਹੈ ਗਲੋਬ ਨੂੰ ਜਾਂ ਵਰਲਡ ਨੂੰ ਜਾਂ ਬਾਕੀ ਡਿਵੈਲਪਡ ਕੰਟਰੀਜ਼ ਨੂੰ ਕਿ ਅਸੀਂ ਬਹੁਤ ਕਾਸਟ ਇਫੈਕਟਿਵ ਹਾਂ, ਪਹਿਲੀ ਗੱਲ। ਦੂਜੀ ਗੱਲ ਕਿ ਸਾਡੇ ਤੋਂ ਅੱਛਾ ਕੋਈ ਦੂਜਾ ਕਰ ਨਹੀਂ ਸਕਦਾ। इसरो इंडियन स्पेस एजेंसी जिन्हों ने रीसेंटली मून के उपर अपना मिशन भेजा सीगा, उहदे बाद एक होर अकॉम्पलिशमेंट की गई है जिहड़ा कि सूरज के उपर सोलर मिशन भेजा गया है। सो की परपज़ है कि सोलर मिशन इंडिया ने इसरो ने भेजा स्टडी करने लई? किस चीज़ की स्टडी करनी है सूरज से? क्योंकि नॉर्मली कहा जाता है सूरज एक अग का गोला है, जिहड़ा भी इहदे आस पास जाता है वो खाक हो जाता है। लेकिन की इस तो पहले किसी कंट्री ने सोलर मिशन भेजे है? किहड़ी वो कंट्रीज़ है और ਇਹਦਾ ਪਰਪਸ ਕੀ ਹੈ सोलर मिशन भेजन ਦਾ? ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈ ਐਂਡੀ ਆਨੰਦ, ਜਿਹੜੇ ਕਿ ਇੱਕ ਸਪੇਸ ਤੇ ਇੰਟਰਸਟ ਰੱਖਦੇ ਹੈ, ਇਹਦੀ ਰਿਸਰਚ ਕਰਦੇ ਹੈ, ਐਂਥੂਸੀਆਸਟ ਹੈ ਸਪੇਸ ਦੇ, ਗੱਲਬਾਤ ਕਰਦੇ ਹੈ सोलर मिशन ਦੇ ਬਾਰੇ। ਐਂਡੀ ਜੀ ਸਵਾਗਤ ਹੈ ਪ੍ਰਾਈਮ ਮਿਨਿਸਟਰ ਦੇ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਸੋ ਸਵਾਲ ਹੋਈ ਹੈ ਚੰਦਰਯਾਨ 3 ਮੂਨ ਤੇ ਜਿਹੜਾ ਮਿਸ਼ਨ ਪਹੁੰਚ ਚੁੱਕਾ ਇੰਡੀਆ ਦਾ, ਉਹ ਅੱਗੇ ਰੋਵਰ ਕਰ ਰਿਹਾ ਹੈ, ਲੇਕਿਨ ਹੱਲੇ ਉਹ ਸਲੀਪਿੰਗ ਸਟੇਜ ਤੇ ਹੈ, ਕਿਉਂਕਿ ਸਲੀਪਿੰਗ ਸਟੇਜ ਤੇ 21 ਸਤੰਬਰ ਨੂੰ ਉਹਨੂੰ ਦੁਬਾਰਾ ਐਕਟਿਵ ਕਰਨਾ ਤਾਂ ਕਿ ਉਹਦੀ ਬੈਟਰੀ ਜਿਹੜੀ ਹੈ ਸੇਵ ਕੀਤੀ ਜਾਏ। ਔਰ ਹੁਣ ਸੋਲਰ ਮਿਸ਼ਨ ਤੇ ਗੱਲਬਾਤ ਕਰਾਂਗੇ। ਸੋਲਰ ਮਿਸ਼ਨ ਕਿਉਂ, ਕੀ ਲੋੜ ਪਈ ਸੋਲਰ ਮਿਸ਼ਨ ਭੇਜਣ ਦੀ? ਸੋਲਰ ਮਿਸ਼ਨ ਤੇ ਕਾਫੀ ਟਾਈਮ ਤੋਂ ਕੰਮ ਚੱਲ ਰਿਹਾ ਸੀ ਨਾ। ਇਸਰੋ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਸੰਸਥਾ ਹੈ, ਉਹਨਾਂ ਦੇ ਕਾਫੀ ਅਲੱਗ-ਅਲੱਗ ਡਿਪਾਰਟਮੈਂਟਸ ਹਨ, ਉਹ ਅਲੱਗ-ਅਲੱਗ ਕਿਸਮ ਦੀ ਰਿਸਰਚ ਕਰਦੇ ਨੇ। ਜਿਹੜਾ ਸਨ ਦਾ ਮਿਸ਼ਨ ਨੇ ਉਹ ਸੋਲਰ ਮਿਸ਼ਨ ਜਿਹੜਾ ਹੈਗਾ ਉਹਦੇ 'ਤੇ ਵੀ ਕਾਫੀ ਟਾਈਮ ਤੋਂ ਕੰਮ ਚੱਲ ਰਿਹਾ ਸੀ। ਅਗਰ ਬੈਕਗਰਾਊਂਡ ਹੀ ਚਾਹੀਏ ਤਾਂ ਅਗਰ ਦੇਖੀਏ ਤਾਂ ਉਹਨਾਂ ਨੂੰ ਕਾਫੀ ਟਾਈਮ ਨਾਲ ਉਹ ਇਸ 'ਤੇ ਲੱਗੇ ਸੀ, ਨਾਸਾ ਦੇ ਨਾਲ ਵੀ। ਪਰ ਜ਼ਰੂਰਤ ਇਹਦੀ ਕਿਉਂ ਪਈ, ਉਹ ਇਫ ਦੈਟ ਇਜ਼ ਅ ਕੁਐਸਚਨ, ਤਾਂ ਮੈਂ ਸਪਸ਼ਟ ਕਹਾਂਗਾ ਕਿ ਜਿਹੜਾ ਸਾਇੰਸ ਐਂਥੂਸੀਆਸਟ ਹੈ ਜਾਂ ਜਿਹੜੀ ਟੈਕਨੋਲੋਜੀ ਦੇ ਨਾਲ ਲੋਕ ਜੁੜੇ ਨੇ, ਉਹ ਹਮੇਸ਼ਾ ਕੁਛ ਨਾ ਕੁਛ ਨਵਾਂ ਸੋਚ ਰਹੇ ਨੇ, ਅੱਗੇ ਦੇਖ ਰਹੇ ਨੇ। ਔਰ ਕਿਉਂਕਿ ਨਾਸਾ ਲੀਡ ਕਰਦਾ ਪੂਰੇ ਗਲੋਬ ਨੂੰ, ਵਰਲਡ ਨੂੰ, ਅਤੇ ਨੈਚੁਰਲੀ ਉੱਥੋਂ ਤੁਹਾਨੂੰ ਲੀਡਸ ਮਿਲਦੀਆਂ ਨੇ ਕਿ ਤੁਹਾਨੂੰ ਨੈਕਸਟ ਕੀ ਕਰਨਾ ਹੈ। ਉਹਨਾਂ ਦੇ ਸੋਲਰ ਸਿਸਟਮ ਵਿੱਚ ਜਿਹੜਾ ਸਨ ਹੈਗਾ ਉਹ ਸਾਡਾ ਕਲੋਜ਼ੈਸਟ ਸਟਾਰ ਹੈਗਾ। ਅਸੀਂ ਇੱਕ ਮਿਲੀਅਨਸ ਆਫ ਸਟਾਰਸ ਗਲੈਕਸੀਜ਼ ਦੇਖਦੇ ਹਾਂ, ਪਰ ਸਭ ਕੋਲੋਂ ਨਜ਼ਦੀਕ ਜਿਹੜਾ ਸਟਾਰ ਹੈ ਸਾਡਾ ਕਲੋਜ਼ੈਸਟ ਸਟਾਰ ਜਿਹੜਾ ਹੈਗਾ ਉਹ ਸਨ ਹੈਗਾ। ਔਰ ਉਹ ਸਨ ਜਿਹੜਾ ਹੈਗਾ ਉਹ ਕਈ ਬਿਲੀਅਨ ਕਿਲੋਮੀਟਰਸ ਦੂਰ ਹੈ। ਜਿਹੜਾ ਇਸ ਸਪੇਸ ਵਿੱਚ ਜਿਹੜਾ ਸਾਡਾ ਸਪੇਸ ਕਰਾਫਟ ਗਿਆ, ਇਹਨੇ ਜਿਹੜਾ ਲੋਕੇਟ ਕਰਨਾ ਆਪਣੇ ਆਪ ਨੂੰ ਇੱਕ ਪੋਜੀਸ਼ਨ 'ਤੇ, ਉਹ ਸਿਰਫ 15 ਲੱਖ ਕਿਲੋਮੀਟਰ ਦੂਰ ਹੈ, ਜਿਹੜਾ 1% ਆਫ ਦਾ ਸੋਲਰ ਡਿਸਟੈਂਸ ਹੈ। ਠੀਕ ਹੈ। ਅਤੇ ਇਸ ਵਾਸਤੇ ਨਾਲ ਉਹਦੇ ਉਸ ਪੋਜੀਸ਼ਨ 'ਤੇ ਉਹਨਾਂ ਨੇ ਉਹਦੇ 'ਤੇ ਕਾਫੀ ਰਿਸਰਚ ਕਰਨੀਆਂ, ਜਿਹੜੀਆਂ 3 ਕਿਸਮ ਦੀਆਂ ਖਾਸ ਰਿਸਰਚ ਹੈਗੀਆਂ ਹਨ, ਇਨਰ, ਆਊਟਰ ਐਂਡ ਮੈਗਨੈਟਿਕ ਫੀਲਡ ਦੀ। ਜਿਹੜੇ ਸੂਰਜ ਦੀਆਂ ਇਨਰ ਫੀਲਡ, ਆਊਟਰ ਫੀਲਡ ਤੇ ਮੈਗਨੈਟਿਕ ਫੀਲਡ। ਮੈਗਨੈਟਿਕ ਫੀਲਡ ਇੱਕ ਬੜਾ ਸਿਗਨੀਫਿਕੈਂਟ ਏਰੀਆ ਜਿਹਦੇ ਵਿੱਚ ਬਹੁਤ ਭਾਰੀ ਰੀਸੈਂਟ ਪਾਸਟ 'ਚ ਨੁਕਸਾਨ ਹੋਇਆ। ਅਗਰ ਸੈਟਲਾਈਟ ਕਮਿਊਨੀਕੇਸ਼ਨਸ ਜਾਂ ਇਹਨਾਂ ਨੂੰ ਫੋਲੋ ਕਰ ਰਹੇ ਹਨ ਤੇ ਸਪੇਸ ਐਕਸ ਨੇ ਕੁਝ 49 ਸੈਟਲਾਈਟਸ ਭੇਜੇ ਸੀ, ਜਿਨ੍ਹਾਂ 'ਚੋਂ ਇੱਕੋ ਦਿਨ ਇੱਕੋ क्षण ਇੱਕ ਮੈਗਨੈਟਿਕ ਫਲੇਅਰ ਵਿੱਚ 40 ਸੈਟਲਾਈਟ ਡੈਮੇਜ ਹੋ ਗਏ। ਤੁਹਾਡਾ ਕਹਿਣਾ ਜਿਹੜਾ ਕਿ ਐਲਨ ਮਸਕ ਸਪੇਸ ਐਕਸ ਦੇ ਓਨਰ ਹੈ, ਉਹਨਾਂ ਨੇ ਜਿਹੜੇ ਸੈਟਲਾਈਟਸ ਭੇਜੇ ਸੀ। ਐਬਸੋਲੂਟਲੀ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਸਟੱਡੀ ਸਾਡੇ ਕੋਲ ਨਹੀਂ ਹੈਗੀ ਜਾਂ ਸਾਡੇ ਕੋਲ ਡੇਟਾ ਨਹੀਂ, ਜਾਂ ਅਸੀਂ ਫੋਰਕਾਸਟ ਨਹੀਂ ਕਰ ਸਕਦੇ, ਤੇ ਫਿਰ ਅਸੀਂ ਬਹੁਤ ਵੱਡੇ ਨੁਕਸਾਨ ਤੋਂ ਬਚ ਨਹੀਂ ਸਕਾਂਗੇ। ਸੋ ਇਹਦੀ ਕੋਈ ਪ੍ਰੈਡਿਕਸ਼ਨ ਹੁੰਦੀ ਹੈ ਕਿ ਸਨ ਦੀ ਮੈਗਨੈਟਿਕ ਫੀਲਡ ਕਦ
ਆ ਸਕਦੀ ਹੈ? ਦੇਖੋ ਇਹ ਹੀ ਇਸ ਰਿਸਰਚ ਦਾ ਸਭ ਤੋਂ ਵੱਡਾ ਮੁੱਦਾ ਹੈ। ਜਿਸ ਵੇਲੇ ਆਦਿਤਿਆ ਨੇ ਆਪਣੀ ਲੋਕੇਸ਼ਨ ਜਿਹੜੀ ਇਹਦੀ L1 ਲੋਕੇਸ਼ਨ ਹੈਗੀ ਹੈ, ਉੱਥੇ ਜਾ ਕੇ ਜਦੋਂ ਉਹਨਾਂ ਨੇ L2 L1 ਤੇ ਆਪਣੇ ਨੂੰ ਪੋਜੀਸ਼ਨ ਕਰਨਾ ਹੈ, ਉੱਥੇ ਉਹਨਾਂ ਨੇ ਉਹਨੂੰ ਸਟੱਡੀ ਕਰਨਾ ਸ਼ੁਰੂ ਕਰਨਾ ਹੈ ਕਿ ਇਹ ਪੀਰੀਓਡਿਕਲ ਹੈ, ਇਹ ਕਿਸੇ ਹੋਰ ਥਰਡ ਕਰੈਕਟਰਿਸਟਿਕਸ ਨਾਲ ਇਨਫਲੂਐਂਸ ਕਰਦੀਆਂ ਜਾਂ ਇਹ ਕਦੀ ਵੀ ਹੋ ਸਕਦਾ। ਲੋਕਾਂ ਦਾ ਇੱਕ ਭਰਮ ਸੀ ਬੜੇ ਸਾਲਾਂ ਤੱਕ ਪਹਿਲੇ ਕਿ ਜਿਹੜਾ ਸੂਰਜ ਹੈ ਉਹਦੇ ਕੋਈ ਗੈਸ ਬਰਨ ਕਰਦੀਆਂ। ਬਿਲਕੁਲ। ਗੈਸ ਅਗਰ ਆਕਸੀਜਨ ਜਾਂ ਤੁਹਾਡੇ ਕੋਲ ਹੋਰ ਇਹੋ ਜਿਹੀ ਗੈਸਿਸ ਨੇ ਜਿਹੜੀਆਂ ਬਰਨ ਨਹੀਂ ਕਰ ਸਕਦੀਆਂ ਤਾਂ ਉੱਥੇ ਕੋਈ ਵੀ ਇਹੋ ਜਿਹਾ ਸਿਸਟਮ ਨਹੀਂ ਜਿਹੜਾ ਉਹਨੂੰ ਦੱਸ ਸਕੇ ਕਿ ਉੱਥੇ ਫਲੇਅਰ ਹੈ। ਜਿਹੜਾ ਪਾਸ ਸਟੱਡੀਜ਼ ਹੈਗੀਆਂ ਨੇ ਉਹਦੇ ਤੇ ਹੈਗਾ ਕਿ ਉੱਥੇ ਨਿਊਕਲੀਅਰ ਐਕਸਪਲੋਜਨਸ ਹੁੰਦੇ ਨੇ। ਠੀਕ ਹੈ। ਔਰ ਹਰ ਮਿੰਟ ਹਰ ਸੈਕਿੰਡ ਕੋਈ ਹੰਡਰਡਸ ਆਫ ਮਿਲੀਅਨਸ ਹੁੰਦੇ ਨਾਲ। ਉਹਨਾਂ ਦੇ ਨਾਲ ਉਹ ਕੁਛ ਉਹਨਾਂ ਦੇ ਐਕਸਪਲੋਜਨ ਨਾਲ ਜਿਹੜਾ ਸਪਾਰਕ ਨਿਕਲਦਾ ਉਹਨੂੰ ਅਸੀਂ ਰੋਸ਼ਨੀ ਕਹਿੰਦੇ ਆ। ਠੀਕ ਹੈ। ਤੇ ਜਿਹੜਾ ਉਹਦੇ ਚੋਂ ਗਰਮੀ ਨਿਕਲਦੀ ਹੈ ਉਹ ਸਾਡੇ ਤੱਕ ਪਹੁੰਚਦੀ ਹੈ ਇਨ ਟਰਮਸ ਆਫ ਸਨ ਟੈਂਪਰੇਚਰ ਔਰ ਜਾਂ ਸਨ ਦਾ ਜਿਹੜੀ ਵਾਰਮਿੰਗ ਹੈਗੀ ਹੈ। ਹਾਂਜੀ। ਇਹ ਸਭ ਚੀਜ਼ਾਂ ਸਟੱਡੀ ਕਰਨੀਆਂ ਬੜੀ ਜ਼ਰੂਰੀ ਹੈ। ਕੋਈ ਦੇਖੋ ਅਗਰ ਤੁਸੀਂ ਆਪਣੇ ਪਾਸਟ 'ਚ ਦੇਖੀਏ ਤੇ ਅਸੀਂ ਬਹੁਤ ਵੱਡੇ ਲੈਵਲ ਤੇ ਪ੍ਰਕਿਰਤੀ ਨਾਲ ਜੁੜੇ ਹਾਂ। ਠੀਕ ਹੈ। ਅਸੀਂ ਕਦੀ ਵੀ ਪ੍ਰਕਿਰਤੀ ਤੋਂ ਅਲੱਗ ਨਹੀਂ ਹੋ ਸਕਦੇ। ਪ੍ਰਕਿਰਤੀ ਦੀ ਕੋਈ ਵੀ ਚੇਂਜ ਸਾਡੇ ਵਿੱਚ ਚੇਂਜ ਲਿਆਂਦੀ ਹੈ। ਹੁਣ ਅਗਰ ਮੈਂ ਇੱਕ ਛੋਟਾ ਐਗਜ਼ਾਮਪਲ ਦਿਆਂ ਤੇ ਜਦੋਂ ਫੁੱਲ ਮੂਨ ਹੁੰਦਾ ਤੇ ਸੀ 'ਚ ਵੱਡੀਆਂ ਜਵਾਰ ਬਾਟੇ ਆਉਂਦੇ ਨੇ। ਔਰ ਇਸ ਤਰ੍ਹਾਂ ਹੀ ਅਗਰ ਤੁਸੀਂ ਦੇਖੋ ਤੇ ਪਲੈਨਟ ਦੀ ਜਿਹੜੀ ਇਨਫਲੂਐਂਸ ਹੈ ਅਸੀਂ ਬਹੁਤ ਸਾਰੇ ਲੋਕ ਆਪਣੀਆਂ ਜਨਮ ਕੁੰਡਲੀ ਜਨਮ ਪੱਤਰੀ ਬਣਾਉਂਦੇ ਆ। ਉਹ ਦੇਖਦੇ ਆ ਕਿ ਉਸ ਵਕਤ ਤੁਹਾਡੇ ਜਨਮ ਦੇ ਟਾਈਮ 'ਤੇ ਪਲੈਨੇਟਰੀ ਕੌਨਫੀਗਰੇਸ਼ਨ ਕੀ ਸੀ, ਕਿਹੜੇ ਪਲੈਨਟ ਕਿਹੜੀ ਪੋਜੀਸ਼ਨ 'ਤੇ ਸੀ। ਉਹਨਾਂ ਦਾ ਸਿੱਧਾ ਇਨਫਲੂਐਂਸ ਸਾਡੀ ਬਾਡੀ 'ਤੇ ਹੁੰਦਾ। ਠੀਕ ਹੈ। ਅਸੀਂ ਕਦੀ ਦੇਖੀਏ ਕਿ ਕਿਸ ਦਿਨ ਸਾਡੇ ਮੂਡ ਸਵਿੰਗਸ ਹੁੰਦੇ ਨੇ। ਅਸੀਂ ਕਿਸ ਦਿਨ ਬੜੇ ਗੁੱਸੇ 'ਚ ਹੁੰਦੇ ਹਾਂ, ਬੜੇ ਕਿਸ ਦਿਨ ਥੱਕੇ ਹੁੰਦੇ ਹਾਂ। ਮੇਰੇ ਹਿਸਾਬ ਨਾਲ ਇੱਕ ਸਟੱਡੀ ਇਹ ਵੀ ਕਿਸੇ ਦਿਨ ਨਿਕਲ ਕੇ ਬਾਹਰ ਆਏਗੀ ਕਿ ਇਹ ਕਿਸੇ ਤਰ੍ਹਾਂ ਦਾ ਸਨ ਦਾ ਜਿਸ ਤਰ੍ਹਾਂ ਮੈਗਨੈਟਿਕ ਇਨਫਲੂਐਂਸ ਹੈਗਾ ਜਾਂ ਮੂਨ ਦਾ ਇਨਫਲੂਐਂਸ ਹੈਗਾ, ਉਹ ਸਾਡੇ ਬਾਡੀ ਜਾਂ ਸਾਡੇ ਮੈਟਾਬੋਲਿਜ਼ਮ ਦੇ ਉੱਤੇ ਅਸਰ ਪਾਉਂਦਾ ਹੈ ਅਤੇ ਉਹਦੇ ਨਾਲ ਸਾਡੀ ਸਿਹਤ, ਸਾਡੀ ਤਬੀਅਤ, ਸਾਡੇ ਮੂਡਸ, ਸਾਡੇ ਇੰਟਲੈਕਟ ਲੈਵਲ ਡੈਫੀਨੇਟਲੀ ਬਦਲਦਾ। ਅਤੇ ਇਹ ਸਟੱਡੀ ਜਿਹੜੀ ਹੈ ਮੂਨ ਸਨ ਮਿਸ਼ਨ ਦੀ ਜਿਹੜੀ ਇਸਰੋ ਨੇ ਅੰਡਰਟੇਕ ਕੀਤੀ ਹੈ, ਇਹਦਾ ਬਹੁਤ ਵੱਡਾ ਇੱਕ ਰੀਜ਼ਨ ਹੈ ਕਿ ਇਹ ਵੀ ਸਟੱਡੀ ਕਰਨਾ ਚਾਹੁੰਦੇ ਨੇ ਕਿ ਜਿਹੜੀਆਂ ਚੀਜ਼ਾਂ ਚਾਹੇ ਉਹ ਸਾਡੇ ਫਲੱਡਸ ਹੈਗੇ ਨੇ ਜਾਂ ਇੱਥੇ ਡਰਾਊਟ ਹੈਗੇ ਨੇ ਜਾਂ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਅਰਥ ਦੇ ਉੱਪਰ, ਜ਼ਮੀਨ ਦੇ ਉੱਪਰ ਜਿਹੜੀ ਵੀ ਨੈਚੁਰਲ ਕੈਲੈਮਿਟੀਜ਼ ਹੁੰਦੀਆਂ, ਜਿਹੜੀਆਂ ਵੀ ਫਲੱਡਸ ਆਉਂਦੇ ਜਾਂ ਕੋਈ ਡਿਸਟਰੋਏ ਜਾਂ ਤੂਫਾਨ ਆਉਂਦੇ ਆ, ਉਹਦਾ ਸਨ ਦੀ ਤਰਫ ਤੋਂ ਕੀ ਮੈਂ ਰਿਸਰਚ ਇਹ ਵੀ ਕਰ ਸਕਦਾ? ਮੈਂ ਸਮਝਣਾ ਕਿ ਇੱਕ ਡਾਇਰੈਕਟ ਲਿੰਕ ਹੈਗਾ। ਓਕੇ। ਇੱਕ ਬਿਲਕੁਲ ਡਾਇਰੈਕਟ ਇਨਫਲੂਐਂਸ ਹੈਗਾ ਇਹਨਾਂ ਸਭ ਚੀਜ਼ਾਂ ਦੇ ਨਾਲ। ਕਿਸੇ ਜਗ੍ਹਾ ਦੇਖੋ ਤੇ ਬੜੇ ਟਾਈਮ ਅਗਰ ਤੁਸੀਂ ਲੋਕ ਕਹਿੰਦੇ ਨੇ ਕਿ ਅਫਰੀਕਾ ਜਿੱਥੇ ਬਿਲਕੁਲ ਕੁਛ ਨਹੀਂ ਉਗਦਾ, ਹੰਡਰਡਸ ਐਂਡ ਥਾਊਜ਼ੈਂਡਸ ਆਫ ਕਿਲੋਮੀਟਰ ਤੱਕ ਤੁਹਾਨੂੰ ਇੱਕ ਸਿਰਫ ਤੁਹਾਨੂੰ ਰੇਗਿਸਤਾਨ ਹੀ ਮਿਲਦਾ। ਠੀਕ ਹੈ। ਉੱਥੇ ਵੀ ਕਹਿੰਦੇ ਨੇ ਕਿ ਇੱਕ ਟਾਈਮ ਤੇ ਬੜੀ ਅੱਛੀ ਖੇਤੀ ਸੀ। ਐਂਡੀ ਜੀ, ਮੈਂ ਅਗਰ ਪੁੱਛਾਂ ਕਿ ਆਦਿਤਿਆ L1 ਨਾਮ ਦਿੱਤਾ ਗਿਆ ਸੋਲਰ ਮਿਸ਼ਨ ਦਾ, ਆਦਿਤਿਆ ਨਾਮ ਕਿੱਥੋਂ ਆਇਆ ਔਰ L1 ਕੀ ਹੈ, ਅਗਰ ਇਹਦੇ ਬਾਰੇ ਦੱਸ ਦਿਓ ਸ਼ਾਰਟ 'ਚ ਸਾਨੂੰ। ਆਦਿਤਿਆ ਜਿਹੜਾ ਹੈਗਾ ਉਹ ਸੰਸਕ੍ਰਿਤ ਵਿੱਚ ਸੂਰਯ ਦਾ ਸੰਸਕ੍ਰਿਤ ਨੇਮ ਹੈ ਸੂਰਜ ਦਾ। ਸੂਰਯ ਦਾ, ਤੇ ਇਸ ਵਾਸਤੇ ਆਦਿਤਿਆ ਵੇ। ਤੇ N1 ਉਹ ਸਪਾਟ ਹੈਗਾ ਜਿੱਥੇ ਇਹਨੇ ਆਪਣੇ ਆਪ ਨੂੰ ਪਾਰਕ ਕਰਨਾ। ਠੀਕ ਹੈ। ਸੋਲਰ ਔਰ ਪਾਰਕ ਕਰਨ ਦੀ ਵੀ ਗੱਲ ਤੁਸੀਂ ਤੇ ਇਸ ਵਕਤ 15 ਲੱਖ ਕਿਲੋਮੀਟਰ ਦੂਰ ਇਸ ਅਰਥ ਤੋਂ ਹੋਏਗਾ। ਮਤਲਬ 1.5 ਮਿਲੀਅਨ ਕਿਲੋਮੀਟਰ ਡਿਸਟੈਂਸ ਹੈਗਾ ਅਰਥ ਤੋਂ, ਪਰ ਉਹ ਸਿਰਫ 1% ਆਫ ਦਾ ਟੋਟਲ ਡਿਸਟੈਂਸ ਹੈ ਬਿਟਵੀਨ ਅਰਥ ਐਂਡ ਸਨ। ਬਟ ਅਰਥ ਤੋਂ ਜਿਹੜੀ ਜਰਨੀ ਹੈ ਇਸ ਸੋਲਰ ਮਿਸ਼ਨ ਦੀ, ਉਹ 1.5 ਮਿਲੀਅਨ ਕਿਲੋਮੀਟਰ ਹੈ ਅਰਥ ਤੋਂ ਲੈ ਕੇ L1 ਪਾਰਕ ਤੱਕ। ਹਾਂਜੀ ਹਾਂਜੀ। ਠੀਕ ਹੈ। ਤੇ ਉਸ ਤੋਂ ਉਹ ਇਹਨਾਂ ਨੇ ਇੱਕ ਪੋਜੀਸ਼ਨ ਹੋ ਸਕਦਾ ਕੱਲ L2 L3 L4 L5 ਜਿਸ ਤਰ੍ਹਾਂ ਰਿਸਰਚ ਵਧੇਗੀ, ਕਿਉਂਕਿ ਟੈਂਪਰੇਚਰ ਜਿਹੜਾ ਇੱਕ ਬੜਾ ਮੇਨ ਫੈਕਟਰ ਹੈਗਾ, ਉਹਦਾ ਇਨਫਲੂਐਂਸ ਤੁਹਾਡੇ ਜਿਹੜੀਆਂ ਤੁਹਾਡੀ ਇਲੈਕਟ੍ਰੋਨਿਕ ਸਿਸਟਮ ਹੈ ਉਹਦੇ 'ਤੇ ਕੀ ਹੈ, ਤੁਸੀਂ ਕਿਸ ਤਰ੍ਹਾਂ ਦੇ ਮੈਟਲ ਮਿਨਰਲਸ ਯੂਜ਼ ਕੀਤੇ ਨੇ, ਉਹਨਾਂ 'ਤੇ ਕੀ ਇਫੈਕਟ ਹੈ। ਪਹਿਲੇ ਮਿਸ਼ਨ ਤੋਂ ਬਾਅਦ ਪਤਾ ਚੱਲੇਗਾ ਕਿ ਤੁਸੀਂ ਉਹਦੇ 'ਚ ਕੀ ਇੰਪਰੂਵ ਕਰਕੇ ਇਹਨੂੰ ਫਰਦਰ ਲੈ ਕੇ ਜਾ ਸਕਦੇ ਹੋ। ਠੀਕ ਹੈ। ਸੋ ਇਟਸ ਐਨ ਆਨਗੋਇੰਗ ਰਿਸਰਚ ਆਈ ਗੈਸ। ਓਕੇ। ਸੋ ਅਸੀਂ ਇੱਕ ਵਾਰ ਫਿਰ ਦੱਸ ਦਈਏ, ਜਿਹੜਾ ਡਿਸਟੈਂਸ ਹੈ ਸੋਲਰ ਮਿਸ਼ਨ ਦਾ ਅਰਥ ਤੋਂ ਲੈ ਕੇ ਜਿਹੜਾ L1 ਪਾਰਕ ਹੈ ਉਹ 1.5 ਮਿਲੀਅਨ ਕਿਲੋਮੀਟਰਸ ਹੈ ਔਰ ਜਿਹੜਾ ਮਾਈਲਸ ਦੇ ਅੰਦਰ 932,000 ਮਾਈਲਸ ਹੈ। ਬਿਲਕੁਲ। ਸੋ ਆਹ ਜਰਨੀ ਨੂੰ ਪੂਰਾ ਕਰਨ ਲਈ 4 ਮਹੀਨੇ ਦਾ ਟਾਈਮ ਲੱਗੇਗਾ।
ਹਾਂਜੀ ਕੋਈ 127 ਦਿਨ ਲੱਗਣਗੇ ਟੂ ਬੀ ਠੀਕ ਹੈ। ਵੈਰੀ ਸਪੈਸੀਫਿਕ ਤੇ 127 ਦਿਨ ਤੋਂ ਬਾਅਦ ਉਹਦੇ ਤੇ ਉਹਦੇ ਤੋਂ ਜਿਹੜਾ ਡਿਜ਼ਾਇਰਡ ਡਾਟਾ ਵੇ ਉਸ ਕਲੈਕਟ ਕਰਨਾ ਸ਼ੁਰੂ ਹੋ ਜਾਏਗਾ। ਠੀਕ ਹੈ। ਫਿਰ ਉਹ ਨੈਚੁਰਲੀ ਉਹ ਗਲੋਬਲ ਮਿਸ਼ਨ ਨੇ ਜਿਹੜੇ ਤੁਹਾਡੇ ਸੋ ਕਾਲ ਸਟੇਕ ਹੋਲਡਰਸ ਹਨ ਉਹਨਾਂ ਨਾਲ ਸ਼ੇਅਰ ਕੀਤਾ ਜਾਏਗਾ। ਫਿਰ ਨੈਚੁਰਲੀ ਉਸ ਤੋਂ ਬਾਅਦ ਜਿਹੜੀ ਨੈਕਸਟ ਲੈਵਲ ਆਫ ਰਿਸਰਚ ਹੈ ਉਹ ਕੀਤੀ ਜਾਏਗੀ। ਉਹਦਾ ਉਹ ਜਿਹੜਾ ਡਾਟਾ ਵੇ ਜਾਂ ਉਹ ਜਿਹੜੀ ਰਿਸਰਚ ਹੈ ਉਹ ਵੈਦਰ ਡਿਪਾਰਟਮੈਂਟ ਨਾਲ, ਬਾਕੀ ਲੋਕਾਂ ਨਾਲ, ਐਗਰੀਕਲਚਰ ਡਿਪਾਰਟਮੈਂਟ, ਇਹਨਾਂ ਸਭ ਨਾਲ ਸਾਂਝੀ ਕੀਤੀ ਜਾਏਗੀ, ਜਿਸ ਵਾਸਤੇ ਉਹ ਵੀ ਆਪਣੇ ਆਪ ਨੂੰ ਇੱਕ ਪ੍ਰੀਪੇਅਰਡਨੈਸ ਉਹਨਾਂ ਦੇ ਲੈਵਲ ਤੇ ਵੀ ਹੋਏ ਤੇ ਉਹਨਾਂ ਦੇ ਸੁਜੈਸ਼ਨਸ ਵੀ ਮਿਲਣ। ਇੰਡੀਆ ਨੇ ਪਹਿਲੀ ਵਾਰ ਸੋਲਰ ਮਿਸ਼ਨ ਭੇਜਿਆ ਹੈ। ਇਸ ਤੋਂ ਪਹਿਲੇ ਕਿਹੜੀ ਦੁਨੀਆ ਦੀ ਕੰਟਰੀਜ਼ ਹੈ ਜਿਨ੍ਹਾਂ ਨੇ ਆਪਣੇ ਸੋਲਰ ਮਿਸ਼ਨ ਭੇਜੇ ਹੈ ਔਰ ਉਹਨਾਂ ਦਾ ਆਊਟਕਮ ਕੀ ਰਿਹਾ? 2018 ਦੇ ਕਰੀਬ ਮੇਰੇ ਖਿਆਲ ਜੂਨ ਜੁਲਾਈ ਦੇ ਕਰੀਬ ਨਾਸਾ ਨੇ ਸਭ ਕੋਲ ਪਹਿਲਾ ਮਿਸ਼ਨ ਭੇਜਿਆ ਸੀ ਔਰ ਕਾਫੀ ਹੱਦ ਤੱਕ ਸਕਸੈਸਫੁਲ ਰਿਹਾ। ਉਸ ਤੋਂ ਬਾਅਦ 2021 ਦਸੰਬਰ ਜਿਹੜਾ ਉਹਨਾਂ ਨੇ ਭੇਜਿਆ ਉਹਦੇ ਬੜੇ ਰਿਮਾਰਕੇਬਲ ਰਿਜ਼ਲਟਸ ਆਏ। ਠੀਕ ਹੈ। ਉਹ ਆਲਮੋਸਟ ਕਹਿੰਦੇ ਨੇ ਕਿ ਉਹਨੇ ਇੰਨੇ ਟਾਈਮ ਵਿੱਚ ਨੈਚੁਰਲੀ ਇੱਕ ਸਪੀਡ ਵਿੱਚ ਉਹਨੇ ਸਨ ਦੀ ਸਰਫੇਸ ਨੂੰ ਟੱਚ ਕਰ ਲਿਆ। ਹਾਲੇ ਉਹਦੀ ਰਿਸਰਚ ਦੇ ਉੱਪਰ ਕੀ ਹੋਇਆ ਹਾਲੇ ਨਾਸਾ ਨੇ ਉਹਨੂੰ ਪਬਲਿਕਲੀ ਡਿਕਲੇਅਰ ਨਹੀਂ ਕੀਤਾ, ਪਰ ਦਿਸ ਇਜ਼ ਥਾਟ ਕਿ ਉਹ ਇੰਨਾ ਸਟਰੋਂਗ ਸਪੇਸ ਕਰਾਫਟ ਸੀ ਕਿ ਉਹ ਸਨ ਦੀ ਸਰਫੇਸ ਤੱਕ ਪਹੁੰਚ ਗਿਆ ਤੇ ਉੱਥੋਂ ਵੀ ਉਹਨੇ ਕੁਛ ਨਾ ਕੁਛ ਇਨਫੋਰਮੇਸ਼ਨ ਡਾਟਾ ਰਿਸਰਚ ਡਾਟਾ ਭੇਜਿਆ, ਜਿਹੜਾ ਇਨ ਡਿਊ ਕੋਰਸ ਆਫ ਟਾਈਮ ਨਾਸਾ ਰਿਲੀਜ਼ ਕਰੇਗਾ। ਹੋ ਸਕਦਾ ਹੈ ਕਿ ਉਹ ਸਭ ਕੋਲ ਪਹਿਲੇ ਇਸਰੋ ਨਾਲ ਸਾਂਝਾ ਕਰੇ। ਤੁਹਾਡਾ ਕਹਿਣਾ ਜਿਹੜਾ ਕਰੋਨਾ ਸੰਦ ਹੈ ਉੱਥੇ ਤੱਕ ਪਹੁੰਚ ਗਿਆ ਨਾਸਾ ਦਾ? ਹਾਂਜੀ ਬਿਲਕੁਲ। ਕਰੋਨਾ ਉਹਦੇ ਤੇ ਉਹ ਦੋ ਰਿਸਰਚ ਪੜ੍ਹੀਆਂ ਨੇ। ਕਰੋਨਾ ਇੱਕ ਜਿਹੜਾ ਅੰਦਰੂਨੀ ਹਿੱਸਾ ਸਨ ਦਾ ਉਹ ਇਹ ਡਿਫਾਈਨ ਕਰਨਾ ਕਿ ਸਨ ਦੇ ਉੱਪਰ ਜਿਹੜੀ ਸੋਲਿਡ ਸਰਫੇਸ ਹੈ ਉਹ ਕਿੰਨੀ ਡੀਪ ਹੈ, ਕਿ ਉਹਦੀ ਕਿੰਨੀ ਡੈਪਥ ਹੈ, ਇਹ 'ਤੇ ਵੀ ਸਟੱਡੀ ਹੋ ਰਹੀ ਹੈ। ਕਿਉਂਕਿ ਉਹਦੀ ਸਰਫੇਸ ਤੋਂ ਕਈ ਹੰਡਰਡਸ ਆਫ ਥਾਊਜ਼ੈਂਡਸ ਆਫ ਮਾਈਲਸ ਵਿੱਚ ਨਿਊਕਲੀਅਰ ਐਕਸਪਲੋਜਨ ਹਰ ਮਿੰਟ ਹਰ ਸੈਕਿੰਡ ਹੋ ਰਹੇ ਨੇ ਤੇ ਤੁਸੀਂ ਉਸ ਦੌਰਾਨ ਵਿੱਚ ਉਸ ਡੈਪਥ ਨੂੰ ਇੱਕ ਬੜੇ ਖਾਸ ਲੈਵਲ ਦੇ ਜਿਹੜੇ ਟੈਲੀਸਕੋਪਸ ਹਨ ਜਿਹੜੇ ਉੱਥੋਂ ਰਿਫਲੈਕਟ ਹੋ ਕੇ ਡਿਸਟੈਂਸ ਨੂੰ ਕਰਨਗੇ, ਉਹ ਸਟੱਡੀ ਚੱਲ ਰਹੀ ਹੈ। ਸੋ ਨਾਸਾ ਸਭ ਤੋਂ ਕਲੋਜ਼ੈਸਟ ਗਿਆ ਸਨ ਦੇ, ਔਰ ਉਹਦੇ ਇਲਾਵਾ ਹੋਰ ਕਿਹੜੀ ਕੰਟਰੀਜ਼ ਹੈ ਜਿਨ੍ਹਾਂ ਨੇ? ਜਾਪਾਨ ਨੇ ਟਰਾਈ ਕੀਤਾ ਸੀ ਔਰ ਇੱਕ ਜਰਮਨੀ ਦਾ ਇੱਕ ਮਿਸ਼ਨ ਸੀ ਜਿਹੜਾ ਜ਼ਿਆਦਾ ਸਕਸੈਸਫੁਲ ਨਹੀਂ ਹੋਇਆ। ਬਾਕੀ ਕੰਟਰੀ ਨੇ ਬਿਕੋਜ਼ ਆਫ ਕਾਸਟ ਇਫੈਕਟਿਵਨੈਸ ਉਹਨਾਂ ਦਾ ਜ਼ਿਆਦਾ ਵੱਡਾ ਮਿਸ਼ਨ ਰਹਿੰਦਾ ਕਿ ਮੂਨ ਦੇ ਉੱਤੇ ਜ਼ਿਆਦਾ ਕੀਤਾ ਜਾਏ, ਕਿਉਂਕਿ ਜਦੋਂ ਮੂਨ ਦੇ ਉੱਤੇ ਤੁਸੀਂ ਸਟੱਡੀ ਕਰਦੇ ਹੋ ਤਾਂ ਰਿਲੇਵੈਂਟ ਡਾਟਾ ਤੁਸੀਂ ਹੋਰ ਬਾਕੀ ਸਟਾਰਸ ਦੇ ਉੱਤੇ ਵੀ, ਮਾਰਸ ਜਾਂ ਬਾਕੀ ਜਗ੍ਹਾ ਵੀ ਯੂਜ਼ ਉਹਨੂੰ ਕਰ ਸਕਦੇ ਹੋ। ਸੋ ਕਾਸਟ ਇਨਵੋਲਵਡ ਕਿੰਨੀ ਰਹੀ ਇਸਰੋ ਦੇ ਆ ਜਿਹੜਾ ਸੋਲਰ ਮਿਸ਼ਨ ਆਦਿਤਿਆ L1 ਕਿੰਨੀ ਕਾਸਟ ਰਹੀ ਇਹਦੀ? ਜਿਹੜਾ ਸੋਲਰ ਮਿਸ਼ਨ ਨਾਸਾ ਦਾ ਸੀ ਉਹਨੇ ਮੇਰੇ ਖਿਆਲ $1.5 ਬਿਲੀਅਨ ਦੇ ਕਰੀਬ ਉਹਨਾਂ ਦਾ ਖਰਚ ਹੋਇਆ ਸੀ। ਨਾਸਾ ਦਾ। ਇਸਰੋ ਦਾ remarkably $46 million 46 million dollar so 46 million versus 1.5 billion। ਤੁਸੀਂ ਦੇਖੋ ਅਸੀਂ ਟੋਰਾਂਟੋ 'ਚ 3-4 ਮਕਾਨ ਲੈ ਲੈਂਦੇ ਹਾਂ 48 ਮਿਲੀਅਨ ਵਿੱਚ, ਤੇ ਉਹਨੇ ਇਸਰੋ ਨੇ ਇੱਕ ਸੋਲਰ ਮਿਸ਼ਨ ਭੇਜਦਾ ਇੰਨੇ ਪੈਸਿਆਂ 'ਚ। ਇਹੀ ਰਿਮਾਰਕੇਬਲ ਉਹੀ ਇੱਕ ਜਿਹੜੀ ਇੱਕ ਬੜੀ ਲਾਜਵਾਬ ਚੀਜ਼ ਹੈ ਜਿਹੜੀ ਇੰਡੀਅਨ ਇੰਟੈਲੈਕਚੁਅਲ ਨੇ ਕ੍ਰੀਏਟ ਕੀਤੀ ਹੈ। ਹੈਟਸ ਆਫ ਟੂ ਦੈਮ। ਸੋ ਅਸੀਂ ਸੁਣਿਆ ਕਿ ਜਿਹੜੀ ਆ ਜਿਹੜਾ ਮਿਸ਼ਨ ਗਿਆ ਸੋਲਰ ਮਿਸ਼ਨ, ਇਹਨੇ ਆਲਰੇਡੀ ਪਿਕਚਰਸ ਵੀ ਔਨ ਦਾ ਵੇ ਟੂ ਸਨ ਪਿਕਚਰਸ ਭੇਜਣੀਆਂ ਸ਼ੁਰੂ ਕਰਤੀਆਂ ਅਰਥ ਤੇ? ਬਿਲਕੁਲ ਜੀ ਬਿਲਕੁਲ। ਉਹ ਜਿਹੜੇ ਕੈਮਰੇ ਉਹਦੇ 'ਚ 8 ਮੋਡਿਊਲਸ ਹੈਗੇ। ਠੀਕ ਹੈ। ਉਹਨਾਂ ਨੇ ਅਲੱਗ-ਅਲੱਗ 6 ਨੇ ਤੇ ਇਮੀਡੀਏਟਲੀ ਕੰਮ ਕਰਨਾ ਸ਼ੁਰੂ ਕਰਤਾ ਆਪਣੀ ਜਗ੍ਹਾ, ਤੇ ਉਹਨਾਂ ਨੇ ਕੁਝ ਜਿਹੜਾ ਵੀ ਉਹਨਾਂ ਦਾ ਪਰਪਸ ਹੈਗਾ ਉਸ ਮੋਡਿਊਲ ਦਾ, ਚਾਹੇ ਉਹ ਪਿਕਚਰ ਲੈਣਾ ਹੈ, ਟੈਂਪਰੇਚਰ ਲੈਣਾ ਹੈ, ਗੈਸ ਦੀ ਸਟੱਡੀ ਕਰਨਾ ਹੈ, ਆਸ-ਪਾਸ এনवायरमेंट ਨੂੰ ਦੇਖਣਾ ਹੈ। ਉਹਨਾਂ ਨੇ ਇੱਕ ਮੋਡਿਊਲ ਤੇ ਸਿਰਫ ਜਿਹੜਾ ਸਪੇਸ ਕਰਾਫਟ ਹੈ ਉਹਦੀ ਹੈਲਥ ਨੂੰ ਹੀ ਮੋਨੀਟਰ ਕਰ ਰਿਹਾ। ਠੀਕ ਹੈ। ਕਿ ਕਿਹੜੀ ਚੀਜ਼ ਜਿਹੜੀ ਹੈਗੀ ਹੈ ਉਹਨੂੰ ਉਹਨਾਂ ਦੇ ਟੈਂਪਰੇਚਰ এনवायरमेंट ਕਿਸ ਤਰ੍ਹਾਂ ਇਫੈਕਟ ਕਰ ਰਿਹਾ, ਤੇ ਸਟੱਡੀ ਬਹੁਤ ਡੀਪ ਹੈ। ਬੜਾ ਐਂਡੀ ਜੀ, ਅਗਰ ਸੋਲਰ ਮਿਸ਼ਨ ਇੰਡੀਆ ਦਾ ਸਕਸੈਸਫੁਲ ਰਹਿੰਦਾ ਹੈ ਤਾਂ ਵਾਟ ਨੈਕਸਟ? ਅਗਲਾ ਮਿਸ਼ਨ ਕਿਹੜਾ ਐਕਸਪੈਕਟ ਕਰ ਸਕਦੇ ਹਾਂ? ਮੇਰੇ ਹਿਸਾਬ ਨਾਲ ਕਿ ਇਹ ਡਿਸਟੈਂਸ ਕਿਉਂਕਿ ਇੰਨਾ ਵੱਡਾ, ਅਸੀਂ 1% ਕਵਰ ਕੀਤਾ ਬਿਟਵੀਨ ਸਨ ਐਂਡ ਅਰਥ, ਤੇ ਹੋ ਸਕਦਾ ਕਿ ਇਹਨੂੰ ਥੋੜਾ ਐਨਹਾਂਸ ਕਰਨਗੇ, ਇਹਨੂੰ ਹੋਰ ਥੋੜਾ ਵਧਾਉਣਗੇ, ਅਗਲੇ ਲੈਵਲ ਤੇ ਜਾਣਗੇ। ਜਿਹੜੀ ਸਟੱਡੀਜ਼ ਇਨਕਨਕਲੂਸਿਵ ਜਾਂ ਇਨਕੰਪਲੀਟ ਰਹਿਣਗੀਆਂ ਇਸ ਲੈਵਲ ਦੇ ਉੱਤੇ, ਨੈਚੁਰਲੀ ਸਾਇੰਸ ਦਾ ਇੱਕ ਆਪਣੇ ਦਾ ਕਮਿਟਮੈਂਟ ਲੈਵਲ ਹੈ, ਉਹ ਨੈਚੁਰਲੀ ਚਾਹਣਗੇ ਕਿ ਨੈਕਸਟ ਲੈਵਲ ਤੇ ਜਾਣ। ਜਿਹੜਾ ਸਨ ਔਰ ਅਰਥ ਦਾ ਡਿਸਟੈਂਸ ਹੈ 1% ਜਿਹੜਾ ਡਿਸਟੈਂਸ ਤੇ ਜਾ ਕੇ L1 ਪਾਰ ਕਰੂਗਾ, ਆ ਜਿਹੜਾ ਆਦਿਤਿਆ ਮਿਸ਼ਨ ਹੈ, ਉਹਦੇ ਬਾਅਦ ਤੁਸੀਂ ਕਹਿੰਦੇ ਹੋ ਅਗਲਾ ਮਿਸ਼ਨ ਹੋ ਸਕਦਾ L2 ਪਾਰ ਜਾਂ L5 ਪਾਰ, ਜਿਹੜਾ ਹੋਰ ਸਨ ਦੇ ਕੋਲ ਹੋਏ,
ਤੇ ਮੰਨਿਆ ਜਾਂਦਾ ਕਿ ਸੂਰਜ ਤਾਂ ਇੱਕ ਅੱਗ ਦਾ ਗੋਲਾ ਹੈ, ਸੋ ਜਿੰਨੀ ਕੋਲ ਜਾਈ ਜਾਵਾਂਗੇ ਉਹ ਤਾਂ ਇੱਕ ਬੜਾ ਡਿਸਟਰੈਕਸ਼ਨ ਹੋ ਸਕਦਾ ਹੈ ਜਿਹੜੇ ਆ ਮਿਸ਼ਨਸ ਹੈਗੇ ਆ। ਵਾਜਿਬ ਸਵਾਲ ਹੈ। ਤੁਸੀਂ ਇਹ ਦੇਖੋ ਕਿ ਰਿਸਰਚ ਡਿਵੈਲਪਮੈਂਟ ਕੀ ਚੀਜ਼ ਹੈ। ਇੱਕ ਜਿਹੜਾ ਪਹਿਲਾ ਮਿਸ਼ਨ ਹੋਏਗਾ ਇਹਦੇ ਵਿੱਚ 99% ਵੀ ਸਕਸੈਸ ਹੋ ਗਈ ਤੇ 1% ਜਿਹੜਾ ਫੇਲਿਅਰ ਹੈ ਉਹ ਫਿਰ ਇੱਕ ਨਵੀਂ ਸਟੱਡੀ ਦਾ ਮਟੀਰੀਅਲ, ਉਹ ਨਵੇਂ ਰਿਸਰਚ ਦਾ ਇੱਕ ਮੈਟਰ ਬਣ ਜਾਏਗਾ। ਸਨ ਦਾ ਟੈਂਪਰੇਚਰ ਕਿੰਨਾ? ਕਈ ਮਿਲੀਅਨ ਡਿਗਰੀ ਸੈਂਟੀਗ੍ਰੇਡ ਹੈਗਾ ਜੀ, ਠੀਕ ਹੈ, ਕਿ 20 ਮਿਲੀਅਨ ਸੈਂਟੀਗ੍ਰੇਡਸ ਤੋਂ ਪਲੱਸ ਹੈਗਾ। ਤੁਸੀਂ ਅੰਦਾਜ਼ਾ ਲਗਾਓ ਜੀ, ਇੱਕ ਨਿਊਕਲੀਅਰ ਬੰਬ ਜਦੋਂ ਫਟਦਾ ਤੇ ਆਸ-ਪਾਸ ਮੀਲਾਂ ਦੂਰ ਤੱਕ ਚੀਜ਼ਾਂ ਮੈਲਟ ਹੋ ਜਾਂਦੀਆਂ ਨੇ ਤੇ ਨੈਚੁਰਲੀ ਉਹਦਾ ਟੈਂਪਰੇਚਰ ਬਹੁਤ ਹਾਈ ਹੈ। ਠੀਕ ਹੈ, ਜਿਹੜਾ ਸਟੱਡੀ 'ਚ ਨਾਸਾ ਨੇ ਇੱਕ ਦੋ ਜਿਹੜੀਆਂ ਸਟੱਡੀਜ਼ ਉਹਨਾਂ ਨੇ ਕੀਤੀਆਂ ਉਹਦੇ 'ਚ ਉਹਨਾਂ ਕੋਲ ਲੱਗਾ, ਪਰ ਬਹੁਤ ਐਕੂਰੇਟਲੀ ਉਹਨੂੰ ਮੇਜਰ ਕਰਨਾ ਹਾਲੀ ਇਟਸ ਟੂ ਅਰਲੀ ਆਈ ਗੈਸ। ਠੀਕ ਹੈ। ਅਗਰ ਮੈਂ ਕਹੂੰ ਸ਼ਾਰਟ ਦੇ ਅੰਦਰ ਸਾਨੂੰ ਦੱਸੋ ਸੋਲਰ ਮਿਸ਼ਨ ਦੇ ਬਾਰੇ, ਹਾਲੇ ਤੱਕ ਤੁਸੀਂ ਇਹਦੇ ਤੇ ਕੀ ਮੇਨ ਪੁਆਇੰਟਸ ਤੁਹਾਨੂੰ ਲੱਗਿਆ ਕਿ ਵਾਓ, ਮੂਨ ਦੇ ਬਾਅਦ ਸਨ ਦੇ ਉੱਪਰ ਅਸੀਂ ਜਾ ਰਹੇ ਹਾਂ ਔਰ ਅਸੀਂ ਸਨ ਦੇ ਉੱਪਰ ਸਨ ਦੇ ਉੱਪਰ ਮਤਲਬ ਕਿ ਸਨ ਦੇ ਕਲੋਜ਼ ਜਾ ਰਹੇ ਹਾਂ ਸਟੱਡੀ ਕਰਨ, ਰੇਜ਼ ਵੇਵਸ ਜਿਹੜੀਆਂ ਸੂਰਜ ਤੋਂ ਨਿਕਲਦੀਆਂ, ਕੁਝ ਸਾਨੂੰ ਇਹਦੀ ਮੈਗਨੈਟਿਕ ਫੀਲਡ ਕਿਸ ਟਾਈਪ ਦੀਆਂ, ਕਿਉਂਕਿ ਕਿਹਾ ਜਾਂਦਾ ਕਿ ਸੂਰਜ ਦੇ ਅੰਦਰ ਇੱਕ ਠੰਡਾ ਪਾਰਟ ਵੀ ਹੈ, ਸੋ ਇਹਦੇ ਬਾਰੇ ਸਾਨੂੰ ਕੁਝ ਦੱਸੋ। ਕਿਉਂਕਿ ਸੂਰਜ ਇੱਕ ਬਹੁਤ ਵੱਡਾ ਸਟਾਰ ਹੈਗਾ। ਠੀਕ ਹੈ। ਔਰ ਮੇਰੇ ਖਿਆਲ ਇਨ ਪ੍ਰੋਪੋਰਸ਼ਨ ਟੂ ਅਰਥ ਔਰ ਮੂਨ ਤੇ ਮੇਰੇ ਖਿਆਲ ਕਈ 100 ਮਿਲੀਅਨ ਟਾਈਮਸ ਹੀ ਹੋ ਸਕਦਾ ਵੱਡਾ, ਬਿਕਾਜ਼ ਅਗਰ ਐਗਜ਼ੈਕਟ ਉਹਦੀ ਡੈਪਥ, ਕਿਉਂਕਿ ਆਸ-ਪਾਸ ਉਹਦੇ ਇੱਕ ਬੜਾ ਵੱਡਾ ਫੀਲਡ ਹੈ, ਉਹ ਐਗਜ਼ੈਕਟ ਜਿਹੜਾ ਉਹਦੇ ਵਿੱਚ ਇੱਕ ਸਟਾਰ ਹੈਗਾ, ਜਿਹੜਾ ਮਾਸ ਹੈਗਾ, ਉਹਨੂੰ ਮੇਜਰ ਕਿਸ ਹੱਦ ਤੱਕ ਕਰੈਕਟਲੀ ਕੀਤਾ ਗਿਆ, ਇਹ ਡਿਬੇਟ ਦਾ ਇਸ਼ੂ ਹੈ। ਠੀਕ ਹੈ। ਮੈਂ ਫਿਰ ਉੱਥੇ ਸ਼ੁਰੂ ਕਰਾਂਗਾ ਕਿ ਅਸੀਂ ਪੂਰਾ ਜਿਹੜੀ ਸਾਡੀ ਸ੍ਰਿਸ਼ਟੀ ਹੈ ਜਾਂ ਜਿਹੜੇ ਪਲੈਨਟ 'ਤੇ ਅਸੀਂ ਰਹਿੰਦੇ ਹਾਂ, ਜਿਹੜਾ ਸਾਡਾ ਧਰਤੀ ਦਾ ਲੈਂਡ ਮਾਸ ਹੈ, ਉਹ ਇਨਫਲੂਐਂਸ ਹੁੰਦਾ ਨੇਚਰ ਤੋਂ। ਠੀਕ ਹੈ। ਔਰ ਅਗਰ ਨੇਚਰ ਵਿੱਚ ਦੇਖਿਆ ਜਾਏ ਤਾਂ ਨੈਚੁਰਲੀ ਅਗਰ ਨੇਚਰ ਵਿੱਚ ਬਾਕੀ ਸਟਾਰਸ ਹੈਗੇ ਨੇ, ਜਿਸ ਤਰ੍ਹਾਂ ਮੈਂ ਦੱਸਿਆ ਕਿ 7 ਗ੍ਰਹਿ ਹੈਗੇ ਨੇ ਰਾਹੂ ਕੇਤੂ ਨੂੰ ਛੱਡ ਕੇ, ਕਿਉਂਕਿ ਉਸ ਬੜੇ ਸਿੰਬੋਲਿਕ ਹਨ। ਇਹ ਸਾਰੇ ਗ੍ਰਹਿ ਜਾਂ ਫਿਰ ਸਨ ਹੈਗਾ, ਇਹਦਾ ਡਾਇਰੈਕਟ ਇਨਫਲੂਐਂਸ ਹੈਗਾ ਸਾਡੇ ਅਰਥ ਦੇ ਉੱਤੇ, ਬੀਟ ਹਿਊਮਨ ਬੀਇੰਗ, ਬੀਟ ਐਗਰੀਕਲਚਰ, ਸਾਡੀ ਨੇਚਰ, ਸਾਡਾ ਰਹਿਣਾ ਸਹਿਣਾ, ਸਾਡੇ ਹੈਲਥ ਇਸ਼ੂਜ਼, ਇਹਨਾਂ ਸਾਰਿਆਂ 'ਤੇ ਇਹਦਾ ਇਨਫਲੂਐਂਸ ਹੈਗਾ। ਅਤੇ ਨੈਚੁਰਲੀ ਜਿਸ ਵੇਲੇ ਤੁਸੀਂ ਮੂਨ ਨੂੰ ਇੱਕ ਵਾਰੀ ਸਟੱਡੀ ਕਰ ਲਿਆ, ਜਾਂ ਮੂਨ 'ਚ ਜਾਣ ਦਾ ਪਰਪਸ ਮੋਰ ਲੈਸ ਮੇਰੇ ਖਿਆਲ ਹਾਲੇ ਤੱਕ ਕੰਪਲੀਟ ਹੋ ਗਿਆ। ਹੁਣ ਸਿਰਫ ਇਹੀ ਹੈ ਕਿ ਅਗਰ ਉੱਥੇ ਪਾਣੀ ਮਿਲ ਜਾਂਦਾ ਤੇ ਉਸ ਤੋਂ ਬਾਅਦ ਹਾਈਡਰੋਜਨ ਔਰ ਆਕਸੀਜਨ, ਸੋ ਮਿਨਰਲਸ ਲੱਭਣਾ, ਜਿਹੜੇ ਮਿਨਰਲਸ ਕਿੱਦਾਂ ਦੇ ਹੈਗੇ, ਉਹ ਮੂਨ ਦਾ ਪਰਪਸ ਸੀਗਾ। ਉਹ ਮੂਨ ਦਾ ਪਰਪਸ ਸੀ। ਫਿਰ ਉੱਥੇ ਤੁਸੀਂ ਟ੍ਰਾਂਸਪਲਾਂਟ ਕਿਸ ਤਰ੍ਹਾਂ ਕਰੋਗੇ ਕਿਸੇ ਲਾਈਫ ਨੂੰ, ਠੀਕ ਹੈ, ਉਹ ਵੀ ਇੱਕ ਮਿਸ਼ਨ ਹੋਏਗਾ, ਉਹ ਵੀ ਮਿਸ਼ਨ ਮੂਨ ਦਾ ਕਿਸੇ ਨੂੰ ਤੁਸੀਂ ਹੁਣ, ਬਟ ਸਨ ਦਾ ਮਿਸ਼ਨ ਟੋਟਲ ਡਿਫਰੈਂਟ ਹੈ। ਹਾਂ, ਉੱਥੇ ਤੁਸੀਂ ਹੋ ਸਕਦਾ ਹੈ ਕਿ ਕੁਝ 1 ਦਰਜਨ ਚੂਹੇ ਛੱਡਦੇ ਹੋ ਜਾਂ ਬਿੱਲੀਆਂ ਛੱਡਦੇ ਹੋ ਜਾਂ ਕੋਈ ਜਾਨਵਰ ਫॉर दैट ਮੈਟਰ। ਮੈਂ ਐਨੀਮਲ ਦੇ ਉਹਨਾਂ ਦੇ ਅਗੇਂਸਟ ਹਾਂ, ਬਿਲਕੁਲ ਉਹਨਾਂ ਨੂੰ ਕਿਸੇ ਕਿਸਮ ਦਾ ਡੈਮੇਜ ਨਾ ਹੋਏ, ਪਰ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਸ ਲੈਵਲ ਦੇ ਉੱਥੇ ਲਾਈਫ ਨੂੰ ਬਿਲਡ ਕਰਨ ਦਾ ਇੱਕ ਮਿਸ਼ਨ ਰਹਿਣਾ ਜ਼ਰੂਰ ਹੋ। ਸਿਮਿਲਰਲੀ ਅਗਰ ਅਸੀਂ ਸਨ ਨੂੰ ਲਈਏ ਤੇ ਸਾਡਾ ਸਾਰਾ ਅਗਰ ਆਪਣੀ ਰਿਤੂਆਂ ਨੂੰ ਦੇਖ ਲਈਏ, ਸਾਡੇ ਕੋਲ ਜਿੰਨੇ ਅਲੱਗ-ਅਲੱਗ ਕਿਸਮ ਦੇ ਸੀਜ਼ਨਸ ਆਉਂਦੇ ਨੇ, ਇਹ ਡਾਇਰੈਕਟਲੀ ਇਨਫਲੂਐਂਸਡ ਆਰ ਦੇ ਆਰ ਬਾਈ ਸਨ। ਸੂਰਜ ਦੇ ਅੰਦਰ ਠੰਡਾ ਪਾਰਟ ਵੀ ਹੈ? ਮੈਂ ਕਹਾਂਗਾ ਜੀ ਠੰਡਾ ਪਾਰਟ ਵੀ ਹੈਗਾ, ਕਿਉਂਕਿ ਹੋ ਨਹੀਂ ਸਕਦਾ ਕਿ ਅਗਰ ਇੱਕ ਲੈਂਡ ਮਾਸ ਹੈਗਾ ਤੇ ਅਗਰ ਉਹ ਗਰਮ ਅੰਦਰੋਂ ਹੁੰਦਾ ਤੇ ਉਹ ਫਿਰ ਕਿੱਥੇ ਮਤਲਬ ਅੰਦਰ ਠੰਡਾ ਤੇ ਬਾਹਰ ਗਰਮ ਹੋ ਸਕਦਾ। ਸਾਡੇ ਅੰਦਰ ਵੀ ਤੁਸੀਂ ਜ਼ਮੀਨ ਵਿੱਚ ਵੀ ਦੇਖੋ ਨਾ, ਅਗਰ ਤੁਸੀਂ ਦੇਖੋ ਸਾਡੇ ਅੰਦਰ ਗਰਮ ਹੀ ਹੈਗਾ। ਉੱਥੇ ਸਾਨੂੰ ਕਿਹਾ ਜਾਂਦਾ ਕਿ ਜਿਹੜੇ ਐਕਸ-ਰੇਜ਼ ਜਾਂ ਜਿਹੜੇ ਬਾਕੀ ਸਕੈਨਸ ਕੀਤੇ ਗਏ ਨੇ ਅਰਥ 'ਤੇ, ਉੱਥੇ ਅੰਦਰ ਕਹਿੰਦੇ ਨੇ ਕਿ ਅੰਦਰ ਵਲਕੈਨੋ ਹੈਗਾ, ਅਗਰ ਅੰਦਰ ਗਰਮ ਤੇ ਬਾਹਰ ਠੰਡਾ ਹੋ ਸਕਦਾ, ਤੇ ਇਟ ਕੁਡ ਬੀ ਦ ਅਦਰ ਵੇ ਅਰਾਊਂਡ ਟੂ। ਠੀਕ ਹੈ। ਐਂਡੀ ਜੀ, ਜਾਂਦੇ ਸੋਲਰ ਮਿਸ਼ਨ ਦੇ ਬਾਰੇ ਕੀ ਕਹੋਗੇ? ਕਿਉਂਕਿ ਅੱਛੀ ਅਕੰਪਲਿਸ਼ਮੈਂਟਸ ਹੈ ਇਸਰੋ ਦੀਆਂ, ਸਪੇਸ ਏਜੰਸੀਜ਼ ਦੀਆਂ, ਅਕ੍ਰੋਸ ਦਾ ਗਲੋਬ ਜਿਹੜੀ ਸਪੇਸ ਏਜੰਸੀਜ਼ ਕੰਮ ਕਰ ਰਹੀਆਂ। ਨੇਚਰ ਕਿੱਦਾਂ? ਕਿਉਂਕਿ ਕਹਿੰਦੇ ਸਾਇੰਸ ਹਰ ਸਟੈਪ ਤੇ ਐਡਵਾਂਸ ਕਰਦੀ ਹੈ। ਅੱਜ ਅਸੀਂ ਇਹਦੇ ਬਾਰੇ ਕੀ ਹੈ, ਹੋ ਸਕਦਾ ਸਾਇੰਸ ਕੁਛ ਹੋਰ ਕੱਢ ਕੇ ਲਿਆਏ ਤੇ ਸਾਡੀ ਉਹਦੇ ਤੇ ਵਿਊ ਹੀ ਚੇਂਜ ਹੋ ਜਾਣ, ਬਿਕੋਜ਼ ਰਿਸਰਚ R&D ਚੱਲਦੀ ਰਹਿੰਦੀ ਹੈ। ਸੋ ਮੂਨ ਦੇ ਮਿਸ਼ਨ ਦੇ ਬਾਰੇ ਅਸੀਂ ਡਿਟੇਲ 'ਚ ਗੱਲ ਕੀਤੀ ਸੀਗੀ। ਸੋਲਰ ਮਿਸ਼ਨ ਇੱਕ ਇੰਟਰਸਟਿੰਗ ਟੌਪਿਕ ਹੈ। ਕਾਫੀ ਲੋਕਾਂ ਨੂੰ ਸ਼ਾਇਦ ਇਹਦੇ ਬਾਰੇ ਨਹੀਂ ਹੋਊਗਾ ਕਿ ਇੰਡੀਆ ਤੋਂ ਪਹਿਲੇ ਅਮਰੀਕਾ, ਜਰਮਨੀ, ਜਿੱਦਾਂ ਤੁਸੀਂ ਕਿਹਾ ਜਾਪਾਨ ਨੇ ਸੋਲਰ ਮਿਸ਼ਨਸ ਭੇਜੇ ਹੋਏ ਹੈ, ਔਰ ਅਮਰੀਕਾ ਸਭ ਤੋਂ ਕਲੋਜ਼ੈਸਟ ਗਿਆ ਸਨ ਦੇ। ਸੋ ਇਹ ਸੋਲਰ ਮਿਸ਼ਨ ਆਦਿਤਯ L1 ਦੇ ਬਾਰੇ ਆਖਰੀ 'ਚ ਤੁਸੀਂ ਕੀ ਮੈਸੇਜ ਦਿਓਗੇ?
ਦੇਖੋ ਸਭ ਤੋਂ ਪਹਿਲੀ ਗੱਲ ਕਿ ਜਿਹੜਾ ਮੈਸੇਜ ਇੰਡੀਆ ਦੇਣਾ ਚਾਹੁੰਦਾ ਹੈ ਗਲੋਬ ਨੂੰ ਜਾਂ ਵਰਲਡ ਨੂੰ ਜਾਂ ਬਾਕੀ ਡਿਵੈਲਪਡ ਕੰਟਰੀਜ਼ ਨੂੰ ਕਿ ਅਸੀਂ ਬਹੁਤ ਕਾਸਟ ਇਫੈਕਟਿਵ ਹਾਂ, ਪਹਿਲੀ ਗੱਲ। ਦੂਜੀ ਗੱਲ ਕਿ ਸਾਡੇ ਤੋਂ ਅੱਛਾ ਕੋਈ ਦੂਜਾ ਕਰ ਨਹੀਂ ਸਕਦਾ, ਕਿਉਂਕਿ ਜਿਹੜਾ ਨਾਰਥ ਪੋਲ ਦੇ ਉੱਤੇ ਜਿਹੜਾ ਸਾਊਥ ਪੋਲ ਦੇ ਉੱਤੇ ਜਿਹੜਾ ਮੂਨ ਮਿਸ਼ਨ ਗਿਆ, ਉੱਥੇ ਉਹਨਾਂ ਨੇ ਟ੍ਰੇਸਿਸ ਜਿਹੜੀਆਂ ਲੱਭੀਆਂ, ਬਲੈਕ ਪੈਚਸ ਜਿਹੜੇ ਉਹਨਾਂ ਨੇ ਆਇਡੈਂਟੀਫਾਈ ਕੀਤੇ, ਆਪਣੇ ਆਪ ਵਿੱਚ ਇੱਕ ਬੜਾ ਵੱਡਾ ਇੱਕ ਮਾਈਲਸਟੋਨ ਹੈ, ਬੜੀ ਇੱਕ ਜਿਹਨੂੰ ਕਹਿੰਦੇ ਨੇ ਗਰਾਊਂਡ ਬ੍ਰੇਕਿੰਗ ਰਿਸਰਚ। ਇਸੀ ਤਰੀਕੇ ਨਾਲ ਅਗਰ ਤੁਸੀਂ ਆਪਣੇ ਆਪ ਨੂੰ ਗਲੋਬਲ ਲੈਵਲ ਦੇ ਉੱਤੇ ਪ੍ਰੋਜੈਕਟ ਕਰੋ ਕਿ ਟੈਕਨੋਲੋਜੀ ਰਿਸਰਚ ਐਂਡ ਡਿਵੈਲਪਮੈਂਟ ਸਾਡੇ ਤੋਂ ਅੱਛੀ ਔਰ ਸਾਡੇ ਤੋਂ ਸਸਤੀ ਕੋਈ ਨਹੀਂ ਕਰ ਸਕਦਾ, ਤੇ ਤੁਸੀਂ ਮੰਨ ਕੇ ਚੱਲੋ ਕਿ ਜਾਪਾਨ ਹੋਏ, ਜਰਮਨੀ ਹੋਏ, ਫਰਾਂਸ ਹੋਏ, UK ਹੋਏ ਫॉर दैट मैटर, ਰਸ਼ੀਆ ਹੋਏ, ਚਾਈਨਾ ਹੋਏ, ਇਹਨਾਂ ਨੇ ਆਫ ਕੋਰਸ ਜਿਸ ਵੇਲੇ ਕੋਈ ਰਿਸਰਚ ਮਟੀਰੀਅਲ ਜਾਂ ਰਿਸਰਚ ਮੈਟਰ ਨੂੰ ਕੋਈ ਕਿਸੇ ਟੇਬਲ ਤੇ ਬੈਠ ਕੇ ਡਿਸਕਸ ਕੀਤਾ ਜਾਂਦਾ ਹੈ, ਨੈਚੁਰਲੀ ਬਜਟ ਵੀ ਉਹਦੇ ਤੇ ਡਿਸਕਸ ਕੀਤਾ ਜਾਂਦਾ ਹੈ ਕਿ ਭਾਈ ਇਹਦੇ ਤੇ ਹੁਣ 4 ਬਿਲੀਅਨ ਲੱਗਣਗੇ, 2 ਬਿਲੀਅਨ ਲੱਗਣਗੇ। ਪਰ ਸਡਨਲੀ ਹੋ ਸਕਦਾ ਕਿ ਉਸ ਟੇਬਲ ਤੇ ਕੋਈ ਇਹ ਵੀ ਕਵੇ ਕਿ ਇਹਨੂੰ ਆਊਟਸੋਰਸ ਕਿਉਂ ਨਹੀਂ ਕਰਦੇ ਅਸੀਂ ਇੰਡੀਆ ਨੂੰ ਹਾਫ ਪ੍ਰਾਈਸ ਤੇ ਕਰ ਦੇਗਾ। ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਅਗਰ ਉਸ ਤਰ੍ਹਾਂ ਦੀ ਸੈਂਟੀਮੈਂਟਸ ਜਾਂ ਉਸ ਤਰ੍ਹਾਂ ਦੇ ਬਿਜ਼ਨਸ ਪ੍ਰਪੋਜ਼ਲਸ ਇੰਡੀਆ ਨੂੰ ਆਉਣ ਸ਼ੁਰੂ ਹੋ ਜਾਣਗੇ, ਦੋ ਚੀਜ਼ਾਂ ਬੜੀਆਂ ਅਹਿਮ ਹੋਣਗੀਆਂ। ਇੱਕ ਤਾਂ ਇਕਨੋਮੀ ਤੇ ਬਹੁਤ ਵੱਡਾ ਫਰਕ ਪਏਗਾ, ਦੂਸਰਾ ਇੱਕ ਗਲੋਬਲ ਰਿਸਪੈਕਟ ਸਾਡੇ ਵਾਸਤੇ ਬੜੀ ਵੱਧ ਜਾਏਗੀ, ਔਰ ਤੀਸਰਾ ਰੈਵਨਿਊ ਆਏਗਾ, ਚੌਥਾ ਇੰਪਲੋਇਮੈਂਟ ਜਿਹੜਾ ਬੜਾ ਵੱਡਾ ਕੇਸ ਹੈ। ਫਿਰ ਗੱਲ ਕੀ ਹੈ ਕਿ ਜਿਸ ਤਰ੍ਹਾਂ ਇੱਕ ਸਾਇੰਸ ਤਰੱਕੀ ਕਰੇਗੀ, ਉਸ ਤਰ੍ਹਾਂ ਵੱਡੇ ਐਗਜ਼ਾਮਪਲਸ ਸਟੂਡੈਂਟ ਲੈਵਲ ਦੇ ਉੱਤੇ ਲੋਕਾਂ ਨੂੰ ਮਿਲਣਗੇ, ਔਰ ਦੇ ਵਿਲ ਫੀਲ ਫਰਦਰ ਮੋਟੀਵੇਟਡ। ਤੁਸੀਂ ਅੰਦਾਜ਼ਾ ਲਗਾਓ ਕਿ ਉਸੇ ਤਰੀਕੇ ਨਾਲ ਹਾਲੀ ਵੀ ਸਾਡੀ ਸਕੂਲਿੰਗ ਐਜੂਕੇਸ਼ਨ ਵਰਲਡ ਵਿੱਚ ਵਨ ਆਫ ਦਾ ਬੈਸਟ ਹੈ, ਪਰ ਉਹਦੇ ਬਾਵਜੂਦ ਵੀ ਅਗਰ ਇਹਨੂੰ ਥੋੜ੍ਹਾ ਹੋਰ ਬੈਟਰ ਕਰਨਾ ਹੈ, ਤੁਸੀਂ ਅੰਦਾਜ਼ਾ ਲਗਾਓ ਕਿ ਤੁਸੀਂ ਟੈਕਨੋਲੋਜੀ ਔਰ ਸਾਇੰਸ ਪੂਲ ਵਿੱਚ ਲੱਖਾਂ ਲੋਕ ਹਰ ਸਾਲ ਭੇਜ ਸਕਦੇ ਹੋ, ਡਿਵੈਲਪ ਕਰ ਸਕਦੇ ਹੋ। ਅਗਰ ਕੁਛ ਨਾ ਕਰੇ, ਅਗਰ ਇੰਡੀਆ ਛੱਡ ਕੇ ਵੀ ਕੋਈ ਬੰਦਾ ਨਾ ਜਾਣਾ ਚਾਹੇ, ਤੇ ਆਊਟਸੋਰਸ ਜਿਸ ਤਰ੍ਹਾਂ ਇਨਫੋਰਮੇਸ਼ਨ ਟੈਕਨੋਲੋਜੀ ਅਸੀਂ ਦੇਖਿਆ ਪਿਛਲੇ ਕਈ ਸਾਲਾਂ ਤੋਂ, ਇਸ ਤਰ੍ਹਾਂ ਸਾਇੰਸ ਐਂਡ ਟੈਕਨੋਲੋਜੀ 'ਚ ਅਗਰ ਆਊਟਸੋਰਸਿੰਗ ਸ਼ੁਰੂ ਹੋ ਜਾਏ, ਰਿਸਰਚ ਐਂਡ ਡਿਵੈਲਪਮੈਂਟ ਸੈਂਟਰਸ ਨਾਸਾ ਦੇ ਹੋਣ ਜਾਂ ਜਨਰਲ ਇਲੈਕਟ੍ਰਿਕ ਦੇ ਹੋਣ ਜਾਂ ਬੈਕਟੈਲ ਦੇ ਹੋਣ ਜਾਂ ਕੋਈ ਵੱਡੇ ਜਿਹੜੀ ਫੋਰਚੂਨ 5 ਜਾਂ ਫੋਰਚੂਨ 10 ਕੰਪਨੀਆਂ, ਉਹ ਆਪਣੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਸਿਰਫ ਇੰਡੀਆ ਖੋਲ੍ਹਣ, ਕਿਉਂਕਿ ਉੱਥੇ ਤੁਹਾਡੇ ਕੋਲ ਇੱਕ ਜਿਹੜਾ ਟੈਲੈਂਟ ਪੂਲ ਹੈ ਉਹ ਅਫੋਰਡੇਬਲ ਮਿਲਦਾ। ਤੁਸੀਂ ਇੱਕ ਸਾਇੰਟਿਸਟ ਜਗ੍ਹਾ 4 ਰੱਖ ਸਕਦੇ ਹੋ ਤੁਸੀਂ ਕਾਸਟ ਵਿੱਚ ਹੀ, ਤੇ ਇੰਪਲੋਇਮੈਂਟ ਵੀ ਹੋਏਗੀ, ਇੱਕ ਖਾਸ ਕਿਸਮ ਦਾ ਪ੍ਰੈਜੈਂਟੇਬਿਲਿਟੀ ਹੋਏਗੀ, ਇੱਕ ਕ੍ਰੈਡੀਬਿਲਿਟੀ ਹੋਏਗੀ, ਤੇ ਵਰਲਡ ਵਿੱਚ ਅਸੀਂ ਮੈਨੂੰ ਲੱਗਦਾ ਕਿ ਅਸੀਂ ਬਹੁਤ ਜਲਦੀ ਟੌਪ 1 or 2 ਪੋਜੀਸ਼ਨ। ਔਰ ਇੰਡੀਆ ਇਜ਼ ਅ ਯੰਗ ਕੰਟਰੀ, ਔਰ ਇੰਡੀਆ 'ਚ ਜਿਹੜਾ ਯੂਥ ਹੈ, ਜਿਹੜਾ ਕਿ ਐਜੂਕੇਟਿਡ ਯੂਥ ਹੈ, ਉਹਨਾਂ ਦਾ ਇੱਕ ਵਿਜ਼ਨ ਹੈ, ਇੱਕ ਸੁਪਨਾ ਹੈ ਕਿ ਅਸੀਂ ਵੀ ਨੈਕਸਟ ਸਟੈਪ ਤੇ ਪਹੁੰਚੀਏ, ਔਰ ਉਹਦੇ ਉੱਪਰ ਹੀ ਇੰਡੀਆ ਮੇਰੇ ਖਿਆਲ ਚੱਲ ਰਿਹਾ। ਬਿਲਕੁਲ ਜੀ, ਬਿਲਕੁਲ, ਕਿਉਂਕਿ ਜਿਸ ਵੇਲੇ ਅਫੋਰਡੇਬਿਲਿਟੀ ਹੁੰਦੀ ਹੈ ਨਾ, ਹੁਣ ਦੇਖੋ ਇਸ ਵਕਤ ਸਭ ਕੋਲ ਦੇਖੋ 50 ਲਾਸਟ ਪ੍ਰੋਗਰਾਮ ਵਿੱਚ ਦੱਸਿਆ ਸੀ ਕਿ 50 ਕਮ ਸੇ ਕਮ ਇਹੋ ਜਿਹੀਆਂ ਲਾਰਜ ਕੰਪਨੀਜ਼ ਹੈਗੀਆਂ, ਉਹਨਾਂ 'ਚ ਕਈ ਤੇ ਸਿਰਫ 20 ਸਾਲ ਤੋਂ ਸਿਰਫ ਇਸਰੋ ਵਾਸਤੇ ਹੀ ਕੰਮ ਕਰ ਰਹੀਆਂ। ਠੀਕ ਹੈ, ਉਹਨਾਂ ਦਾ ਮਕਸਦ ਕੋਈ ਬਹੁਤ ਵੱਡੇ ਗਲੈਮਰ ਜਾਂ ਬਹੁਤ ਵੱਡੇ ਰੈਵਨਿਊ ਨੂੰ ਜਨਰੇਟ ਕਰਨਾ ਨਹੀਂ, ਕਿਉਂਕਿ ਉਹ ਬਹੁਤ ਜ਼ਿਆਦਾ ਮਿਸ਼ਨ ਓਰੀਐਂਟਡ ਹਨ, ਉਹ ਇਸਰੋ ਨਾਲ ਕੰਮ ਕਰ ਰਹੇ ਹਨ, ਤਾਂ ਬੜੇ ਖੁਸ਼ ਹੈਗੇ। ਔਰ ਮੇਰੇ ਖਿਆਲ ਦੁਨੀਆ 'ਚ ਸਭ ਤੋਂ ਜ਼ਿਆਦਾ ਸਟਾਰਟਅਪਸ ਵੀ ਮੇਰੇ ਖਿਆਲ ਇੰਡੀਆ 'ਚ ਸਟਾਰਟ ਹੋਈ ਹੈ। ਬਿਲਕੁਲ ਜੀ, ਐਲਡੀ ਜੀ ਸਾਨੂੰ ਟਾਈਮ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸੋਲਰ ਮਿਸ਼ਨ ਤੇ ਗੱਲਬਾਤ ਕੀਤੀ, ਆਦਿਤਿਆ L1 ਤੇ ਜਿੱਦਾਂ ਇਹਦੀ ਪ੍ਰੋਸੀਡਿੰਗਸ ਜਾਂ ਚੰਦਰਯਾਨ 3 ਦੀ ਪ੍ਰੋਸੀਡਿੰਗਸ ਅੱਗੇ ਵਧੂਗੀਆਂ, ਜੋ ਰਿਸਰਚ ਉੱਥੋਂ ਨਿਕਲ ਕੇ ਆਊਗੀਆਂ, ਫਿਰ ਉਹਦੇ ਉੱਪਰ ਤੁਹਾਨੂੰ ਇਨਵਾਈਟ ਕਰਾਂਗੇ ਤੇ ਗੱਲਬਾਤ ਕਰਾਂਗੇ। ਮੇਰਾ ਸੁਭਾਗ ਹੈ। ਥੈਂਕ ਯੂ ਵੈਰੀ ਮਚ ਫॉर ਕਾਲਿੰਗ ਮੀ ਓਵਰ। ਥੈਂਕਸ ਫॉर ਹੈਵਿੰਗ। ਥੈਂਕ ਯੂ ਜੀ। ਸੋ ਮੂਨ ਮਿਸ਼ਨ ਦੇ ਬਾਅਦ ਅਸੀਂ ਅੱਜ ਗੱਲ ਕੀਤੀ ਸੋਲਰ ਮਿਸ਼ਨ ਤੇ। ਅਸੀਂ ਇਹਦੇ ਤੇ ਜੋ ਵੀ R&D ਰਿਸਰਚ ਨਿਕਲ ਕੇ ਉੱਥੋਂ ਆਏਗੀ ਸਪੇਸ 'ਚੋਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।